ਦਰਬਾਰ ਸਾਹਿਬ ਤੋਂ ਇੱਕ ਗਰੀਬ ਆਦਮੀ ਨੂੰ ਮਿਲਿਆ ਕਰੋੜਾਂ ਦਾ ਖਜ਼ਾਨਾ, ਜਿਸ ਨਾਲ ਉਸ ਦੀ ਜ਼ਿੰਦਗੀ ਹੀ ਬਦਲ ਗਈ। ਗੁਰੂ ਸਾਹਿਬ ਦੀ ਉਸ ਤੇ ਐਸੀ ਕਿਰਪਾ ਹੋਈ ਕਿ ਉਹ ਇਨਸਾਨ ਅੱਜ ਕਰੋੜਾਂ ਦਾ ਮਾਲਿਕ ਹੈ, ਪਰ ਫਿਰ ਵੀ ਨਿਮਰਤਾ ਨਾਲ ਦਰਬਾਰ ਸਾਹਿਬ ਸੇਵਾ ਕਰਦਾ ਹੈ। ਸੁੰਦਰ ਲਾਲ ਨੇ ਦੱਸਿਆ ਕਿ ਉਹ ਕਾਫੀ ਗਰੀਬੀ ਭਰੀ ਜ਼ਿੰਦਗੀ ਬਤੀਤ ਕਰਦੇ ਸਨ। ਕਈ ਵਾਰ ਤਾਂ ਰੋਟੀ ਖਾਣ ਲਈ ਵੀ ਪੈਸੇ ਨਹੀਂ ਹੁੰਦੇ ਸਨ। ਘਰ ਪਰਿਵਾਰ ਦਾ ਮਾਹੌਲ ਕਾਫੀ ਖਰਾਬ ਹੁੰਦਾ ਜਾ ਰਿਹਾ ਸੀ, ਪਰ ਅਜਿਹਾ ਸ਼ੁਰੂ ਤੋਂ ਨਹੀਂ ਸੀ। ਸਾਡੇ ਪਿਤਾ ਜੀ ਨੇ ਕਾਫੀ ਮਿਹਨਤ ਕਰਕੇ ਅੰਮ੍ਰਿਤਸਰ ਵਿੱਚ ਆਪਣਾ ਕਾਰੋਬਾਰ ਸ਼ੁਰੂ ਕੀਤਾ। ਸਾਡੀਆਂ ਕੱਪੜਿਆਂ ਦੀਆਂ 3 ਦੁਕਾਨਾਂ ਸਨ ਅਤੇ ਪੂਰੇ ਅੰਮ੍ਰਿਤਸਰ ਵਿੱਚ ਸਾਡੇ ਪਿਤਾ ਜੀ ਦਾ ਨਾਮ ਚੱਲਦਾ ਸੀ। ਅਸੀਂ 3 ਭਰਾ ਸੀ। ਸਾਡੀ ਜਵਾਨੀ ਕਾਫੀ ਅਮੀਰੀ ਵਿੱਚ ਬੀਤੀ। ਜੋ ਦਿਲ ਕਰਦਾ ਸਾਨੂੰ ਕੁਝ ਹੀ ਸਕਿੰਟਾਂ ਵਿੱਚ ਮਿਲ ਜਾਂਦਾ ਸੀ, ਪਰ ਇਹ ਸਭ ਸਾਡੇ ਪਿਤਾ ਜੀ ਦੀ ਮਿਹਨਤ ਕਾਰਨ ਹੀ ਸੀ। ਮੇਰੇ ਪਿਤਾ ਜੀ ਭਾਵੇਂ ਹਿੰਦੂ ਪਰਿਵਾਰ ਤੋਂ ਸਨ, ਪਰ ਉਹ ਹਰ ਰੋਜ਼ ਬਿਨਾਂ ਕਿਸੇ ਨਾਗੇ ਤੋਂ ਸਵੇਰੇ ਸ਼ਾਮ ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਸਨ ਅਤੇ ਲੰਗਰ ਵਿੱਚ ਬਰਤਨਾਂ ਦੀ ਸੇਵਾ ਕਰਦੇ ਸਨ। ਮੀਂਹ ਹਨੇਰੀ ਝੱਖੜ ਕਿਸੇ ਦੀ ਵੀ ਪਰਵਾਹ ਕੀਤੇ ਬਗੈਰ ਉਹ ਸੇਵਾ ਕਰਨ ਲਈ ਜਾਂਦੇ ਸਨ। ਇਹ ਉਹਨਾਂ ਦੀ ਸੇਵਾ ਹੀ ਸੀ ਜਿਸ ਕਾਰਨ ਸਾਡੀ ਜ਼ਿੰਦਗੀ ਇੰਨੀ ਸੌਖੀ ਸੀ। ਸਮਾਂ ਬੀਤਿਆ, ਸਾਡੇ ਪਿਤਾ ਜੀ ਦੀ ਤਬੀਅਤ ਖਰਾਬ ਰਹਿਣ ਲੱਗ ਪਈ, ਪਰ ਉਹ ਆਪਣੀ ਮੌਤ ਤੋਂ ਇੱਕ ਦਿਨ ਪਹਿਲਾਂ ਵੀ ਬਿਮਾਰ ਹਾਲਤ ਵਿੱਚ ਦਰਬਾਰ ਸਾਹਿਬ ਸੇਵਾ ਕਰ ਰਹੇ ਸਨ। ਉਸ ਤੋਂ ਅਗਲੇ ਹੀ ਦਿਨ ਉਹ ਸਾਨੂੰ ਸਦਾ ਲਈ ਅਲਵਿਦਾ ਕਹਿ ਗਏ। ਪਿਤਾ ਜੀ ਦੇ ਜਾਣ ਤੋਂ ਬਾਅਦ ਸਾਡਾ ਮਾੜਾ ਸਮਾਂ ਸ਼ੁਰੂ ਹੋ ਗਿਆ। ਮੇਰੇ ਵੱਡੇ ਭਰਾ ਦੇ ਗਲਤ ਵਤੀਰੇ ਕਾਰਨ ਸਾਡੀ ਗ੍ਰਾਹਕੀ ਘਟ ਗਈ। ਹੌਲੀ-ਹੌਲੀ ਕਰਕੇ ਮੇਰੇ ਭਰਾ ਨੂੰ ਜੂਆ ਖੇਡਣ ਦੀ ਆਦਤ ਪੈ ਗਈ। ਉਹ ਹਰ ਰੋਜ਼ ਜੂਆ ਖੇਡਦਾ ਅਤੇ ਹਾਰ ਜਾਂਦਾ। ਅਸੀਂ ਉਸ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਸਨੇ ਮੇਰੀ ਕੋਈ ਵੀ ਗੱਲ ਨਹੀਂ ਸੁਣੀ। ਉਧਰੋਂ ਉਸ ਨੂੰ ਸ਼ਰਾਬ ਪੀਣ ਦੀ ਆਦਤ ਪੈ ਗਈ। ਹੌਲੀ-ਹੌਲੀ ਕਰਕੇ ਉਸਨੇ ਸਭ ਕੁਝ ਵੇਚਣਾ ਸ਼ੁਰੂ ਕਰ ਦਿੱਤਾ। ਮੈਂ ਸਮਾਂ ਦੇਖਦੇ ਹੋਏ ਆਪਣੇ ਛੋਟੇ ਭਰਾ ਨੂੰ ਉਸ ਦੇ ਹਿੱਸੇ ਦੇ ਪੈਸੇ ਦੇ ਕੇ ਕੈਨੇਡਾ ਭੇਜ ਦਿੱਤਾ, ਪਰ ਮੇਰੇ ਵੱਡੇ ਭਰਾ ਦੀਆਂ ਬੁਰੀਆਂ ਆਦਤਾਂ ਦਿਨੋਂ ਦਿਨ ਵੱਧਦੀਆਂ ਜਾ ਰਹੀਆਂ ਸਨ। ਉਸਨੇ ਆਪਣੇ ਹਿੱਸੇ ਦੀ ਜ਼ਮੀਨ ਵੇਚਣੀ ਸ਼ੁਰੂ ਕਰ ਦਿੱਤੀ। ਅਸੀਂ ਨਵਾਂ ਘਰ ਲਿਆ ਸੀ, ਉਹ ਵੀ ਉਸਨੇ ਵੇਚਣ ਤੇ ਲਗਾ ਦਿੱਤਾ। ਮੈਨੂੰ ਬਾਅਦ ਵਿੱਚ ਪਤਾ ਲੱਗਾ ਕਿ ਉਸਨੇ ਕਾਫੀ ਲੋਕਾਂ ਤੋਂ ਲੱਖਾਂ ਰੁਪਏ ਦਾ ਉਧਾਰ ਲਿਆ ਹੋਇਆ ਹੈ। ਇੱਕ ਰਾਤ ਉਹ ਆਪਣੇ ਪਰਿਵਾਰ ਸਮੇਤ ਭੱਜ ਗਿਆ। ਇਸ ਲਈ ਉਸ ਤੋਂ ਪੈਸੇ ਮੰਗਣ ਵਾਲੇ ਮੈਨੂੰ ਤੰਗ ਕਰਨ ਲੱਗ ਪਏ। ਮੈਂ ਆਪਣੇ ਹਿੱਸੇ ਦੀ ਜ਼ਮੀਨ ਅਤੇ ਘਰ ਵੇਚ ਕੇ ਸਾਰਾ ਕਰਜ਼ਾ ਲਾਇਆ ਅਤੇ ਖੁਦ ਕਿਰਾਏ ਦੇ ਮਕਾਨ ਤੇ ਰਹਿਣ ਲੱਗ ਪਿਆ। ਮੈਂ 100 ਰੁਪਏ ਦਿਹਾੜੀ ਤੇ ਕੰਮ ਵੀ ਕੀਤਾ। ਇੱਕ ਦਿਨ ਮੇਰੀ ਪਤਨੀ ਨੇ ਮੈਨੂੰ ਕਿਹਾ ਕਿ ਬਾਪੂ ਜੀ ਦਰਬਾਰ ਸਾਹਿਬ ਜਾ ਕੇ ਸੇਵਾ ਕਰਦੇ ਸਨ। ਉਸ ਸਮੇਂ ਸਾਡੇ ਕੋਲ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ, ਪਰ ਜਦੋਂ ਦੇ ਉਹ ਚਲੇ ਗਏ ਹਨ, ਅਸੀਂ ਵੀ ਮੁੜ ਕੇ ਦਰਬਾਰ ਸਾਹਿਬ ਨਹੀਂ ਗਏ, ਜਿਸ ਕਾਰਨ ਸਾਨੂੰ ਇਹ ਦਿਨ ਦੇਖਣੇ ਪੈ ਰਹੇ ਹਨ। ਮੈਂ ਆਪਣੀ ਪਤਨੀ ਦੀ ਗੱਲ ਤੇ ਗੌਰ ਕੀਤਾ ਤਾਂ ਮੈਨੂੰ ਉਸ ਦੀ ਗੱਲ ਬਿਲਕੁਲ ਸਹੀ ਲੱਗੀ। ਇਸ ਲਈ ਮੈਂ ਅਗਲੇ ਹੀ ਦਿਨ ਤੋਂ ਸਵੇਰੇ ਸ਼ਾਮ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਦਾ ਅਤੇ ਬਰਤਨਾਂ ਜੋੜਿਆਂ ਦੀ ਸੇਵਾ ਕਰਦਾ। 2 ਸਮੇਂ ਦਾ ਲੰਗਰ ਵੀ ਸਾਨੂੰ ਦਰਬਾਰ ਸਾਹਿਬ ਤੋਂ ਮਿਲ ਜਾਂਦਾ ਸੀ। ਮੇਰੇ ਕੋਲ ਕਿਰਾਏ ਲਈ ਪੈਸੇ ਨਹੀਂ ਸਨ, ਜਿਸ ਕਾਰਨ ਮਕਾਨ ਮਾਲਕ ਨੇ ਸਾਨੂੰ ਘਰ ਖਾਲੀ ਕਰਨ ਲਈ ਕਹਿ ਦਿੱਤਾ। ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ, ਇਸ ਲਈ ਅਸੀਂ ਮੁੜ ਕੇ ਆਪਣੇ ਜੱਦੀ ਘਰ ਚਲੇ ਗਏ, ਜੋ ਕਿ ਅਸੀਂ ਕਾਫੀ ਸਮਾਂ ਪਹਿਲਾਂ ਹੀ ਛੱਡ ਚੁੱਕੇ ਸੀ। ਕਾਫੀ ਸਮੇਂ ਤੋਂ ਬੰਦ ਰਹਿਣ ਕਾਰਨ ਉਸ ਦੀ ਹਾਲਤ ਖਸਤਾ ਹੋ ਚੁੱਕੀ ਸੀ, ਪਰ ਫਿਰ ਵੀ ਅਸੀਂ ਸਫਾਈ ਕਰਵਾ ਕੇ ਉੱਥੇ ਰਹਿਣਾ ਸ਼ੁਰੂ ਕਰ ਦਿੱਤਾ। ਸਫਾਈ ਕਰਦਿਆਂ ਮੇਰੇ ਬੱਚਿਆਂ ਨੂੰ ਕੁਝ ਕਾਗਜ਼ ਮਿਲੇ। ਮੈਨੂੰ ਲੱਗਾ ਕਿ ਕੋਈ ਰੱਦੀ ਦੇ ਕਾਗਜ਼ ਹੋਣਗੇ, ਪਰ ਉਹ ਕੋਈ ਸਰਕਾਰੀ ਦਸਤਾਵੇਜ਼ ਸਨ। ਮੈਂ ਉਹਨਾਂ ਨੂੰ ਪੜ੍ਹਿਆ ਤਾਂ ਹੈਰਾਨ ਰਹਿ ਗਿਆ। ਉਹ ਸ਼ਹਿਰ ਦੇ ਵਿੱਚੋਂ ਵਿੱਚ ਜ਼ਮੀਨਾਂ ਦੇ ਦਸਤਾਵੇਜ਼ ਸਨ, ਜੋ ਕਿ ਮੇਰੇ ਨਾਮ ਤੇ ਸਨ, ਜਿਨ੍ਹਾਂ ਦੀ ਕੀਮਤ 5 ਤੋਂ 6 ਕਰੋੜ ਦੇ ਵਿੱਚ ਸੀ। ਮੈਨੂੰ ਆਪਣੀਆਂ ਅੱਖਾਂ ਤੇ ਯਕੀਨ ਨਹੀਂ ਹੋ ਰਿਹਾ ਸੀ ਕਿ ਇਹ ਜ਼ਮੀਨਾਂ ਮੇਰੇ ਨਾਮ ਤੇ ਹਨ ਅਤੇ ਮੈਨੂੰ ਇਹਨਾਂ ਬਾਰੇ ਅੱਜ ਤੱਕ ਨਹੀਂ ਪਤਾ। ਮੈਂ ਵਕੀਲ ਅਤੇ ਪਟਵਾਰੀ ਦੀ ਮਦਦ ਨਾਲ ਜ਼ਮੀਨਾਂ ਬਾਰੇ ਪਤਾ ਕੀਤਾ। ਇਹ ਜ਼ਮੀਨਾਂ ਮੇਰੀਆਂ ਹੀ ਸਨ। ਮੈਨੂੰ ਮੇਰੀ ਸੇਵਾ ਦਾ ਫਲ ਇਸ ਤਰ੍ਹਾਂ ਮਿਲੇਗਾ, ਮੈਂ ਕਦੇ ਸੋਚਿਆ ਤੱਕ ਨਹੀਂ ਸੀ। ਮੈਂ ਇਸ ਵਿੱਚੋਂ ਇੱਕ ਜ਼ਮੀਨ ਵੇਚ ਕੇ ਸਭ ਤੋਂ ਪਹਿਲਾਂ ਗੁਰੂ ਘਰ ਵਿੱਚ ਦਸਬੰਧ ਦਿੱਤਾ ਅਤੇ ਗੁਰੂ ਸਾਹਿਬ ਦਾ ਧੰਨਵਾਦ ਕੀਤਾ। ਇਸ ਤੋਂ ਬਾਅਦ ਮੈਂ ਆਪਣੇ ਜੱਦੀ ਘਰ ਦੀ ਮੁੜਸਾਰੀ ਕਰਵਾਈ ਅਤੇ ਪਤਨੀ ਬੱਚਿਆਂ ਦੇ ਨਾਮ ਤੇ ਐਫਡੀਆਂ ਕਰਵਾ ਦਿੱਤੀਆਂ, ਅਤੇ ਇਸ ਤੋਂ ਇਲਾਵਾ ਮੈਂ ਆਪਣੇ ਕੱਪੜੇ ਵਾਲੇ ਕਾਰੋਬਾਰ ਨੂੰ ਮੁੜ ਸਿਰੇ ਤੋਂ ਸ਼ੁਰੂ ਕੀਤਾ ਅਤੇ ਅੱਜ ਮੇਰੇ ਵਪਾਰ ਵਿੱਚ ਗੁਰੂ ਸਾਹਿਬ ਦੀ ਕਿਰਪਾ ਨਾਲ ਕਾਫੀ ਵਾਧਾ ਹੋ ਰਿਹਾ ਹੈ। ਉਧਰ ਦੂਜੇ ਪਾਸੇ ਮੈਨੂੰ ਪਤਾ ਲੱਗਾ ਕਿ ਮੇਰਾ ਵੱਡਾ ਭਰਾ ਦਿੱਲੀ ਵਿੱਚ ਰਹਿੰਦਾ ਹੈ ਅਤੇ ਉਸਨੇ ਕਰੋੜਾਂ ਰੁਪਏ ਜੂਏ ਵਿੱਚ ਉਡਾ ਦਿੱਤੇ ਹਨ, ਅਤੇ ਮੇਰੇ ਛੋਟੇ ਭਰਾ ਨੇ ਤਾਂ ਮੇਰੇ ਮਾੜੇ ਸਮੇਂ ਵਿੱਚ ਮੇਰਾ ਫੋਨ ਤੱਕ ਨਹੀਂ ਚੁੱਕਿਆ ਸੀ, ਪਰ ਗੁਰੂ ਰਾਮਦਾਸ ਜੀ ਨੇ ਮੇਰੀ ਬਾਂਹ ਫੜ ਕੇ ਮੈਨੂੰ ਇੱਥੇ ਤੱਕ ਪਹੁੰਚਾਇਆ। ਮੈਂ ਚਾਹੇ ਜਿੱਡਾ ਮਰਜ਼ੀ ਵੱਡਾ ਇਨਸਾਨ ਬਣ ਜਾਵਾਂ, ਪਰ ਗੁਰੂ ਸਾਹਿਬ ਅੱਗੇ ਇੱਕ ਹੀ ਅਰਦਾਸ ਕਰਦਾ ਹਾਂ ਕਿ ਮੈਨੂੰ ਕਦੇ ਵੀ ਸੇਵਾ ਤੋਂ ਵਾਂਝਾ ਨਾ ਰੱਖਿਓ।